श्री वाहेगुरु साहिब जी। जेता समुंद सागर नीर भरिया, तेते ओगण हमारे। दया करो किछ मेहर उपावो, डुबदे पत्थर तारे। जियड़ा अगन बराबर तपै, इतर बगै काती। प्रणवत नानक हुक्म पछानै, सुख होवै दिन राती। सतनाम श्री वाहिगुरु साहिब जी। तरवर एक अनंत डार साखा, ऊहप पत्र रस भरिया। एह अमृत की बाड़ी है रे, तिन हर पूरै करिया। जानी जानी रे राजा राम की कहानी, अंतर जोत राम परगासा। गुरमुख विरलै जानी, रहाउ पवर एक पुहव रस विधा। बारह ले उर धरिया, सोरै मध्य पवन चकोरिया। आकाशे फर फरिया, सहज सुन एक बिरवा उपजया। धरती जल हर सोखिया, कह कबीर हूँ ताका सेवक। जिन एह बिरवा देखिया, सहज सुन एक बिरवा उपजया। धरती जल हर सोखिया, कह कबीर हूँ ताका सेवक। जिन एह बिरवा देखिया। वाहिगुरु जी का खालसा, वाहिगुरु जी की फतेह। परम सन्मान योग जुगों जुग अटल शब्द गुरु बाणी के बोहित। धन धन श्री गुरु ग्रंथ साहब महाराज जी की पावन हजूरी विच जुड़ बैठे सतसंगी जनों, साहिब श्री गुरु ग्रंथ साहब महाराज जी की पावन पाक हजूरी का निगमान रहे हों। अमृतमयी बाणी का कीर्तन संगतां पासों आप जियां ने सरवण कीता है। आओ अस्थान ते जो लड़ीवार भगतां दी बाणी दी विचार चल रही है,
ਉਸ ਵਿਚਾਰ ਨਾਲ ਜੁੜਦੇ ਹਾਂ। ਅੱਜ ਦਾ ਵਿਚਾਰ ਅਧੀਨ ਪਾਵਨ ਸ਼ਬਦ ਮੰਗਲਾਚਰਨ ਰੂਪ ਦੇ ਵਿੱਚ ਪਾਠ ਰੂਪ 'ਚ ਆਪ ਜੀਆਂ ਨੇ ਸਰਵਣ ਕੀਤਾ ਹੈ। ਤਰਵਰ ਏਕ ਅਨੰਤ ਡਾਰ ਸਾਖਾ ਊਹਬ ਪਾਤਰ ਰਸ ਭਰਿਆ। ਇਹ ਅੰਮ੍ਰਿਤ ਕੀ ਬਾੜੀ ਹੈ ਰੇ ਤਿਨ ਹਰ ਪੂਰੈ ਕਰਿਆ। ਇਹ ਪਾਵਨ ਸ਼ਬਦ 970 ਅੰਕ ਦੇ ਉੱਤੇ ਭਗਤ ਕਬੀਰ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ 6ਵਾਂ ਸ਼ਬਦ ਹੈ। ਇਹ 3 ਪਦਿਆਂ ਦਾ ਸ਼ਬਦ ਹੈ। ਆਓ ਸ਼ਬਦ ਦੇ ਰਾਹੀਂ ਭਗਤ ਕਬੀਰ ਸਾਹਿਬ ਜੀ ਉਸ ਘਟਨਾ ਦਾ ਜ਼ਿਕਰ ਕਰ ਰਹੇ ਹਨ ਜੋ ਪ੍ਰਕਾਸ਼ ਰੂਪ ਪ੍ਰਭੂ ਦਾ ਸਿਮਰਨ ਕਰਦਾ ਹੈ ਔਰ ਸਿਮਰਨ ਕਰਦਿਆਂ ਨੂੰ ਯਾਦ ਕਰਦਿਆਂ ਕਿਸੇ ਮਨੁੱਖ ਦੇ ਜੀਵਨ ਵਿੱਚ ਵਾਪਰ ਰਹੀ ਘਟਨਾ ਜੋ ਪ੍ਰਭੂ ਮਿਲਾਪ ਦਾ ਹਾਲ ਹੈ। ਸ਼ਬਦ ਵਿੱਚ ਦੱਸਿਆ ਕਿ ਪ੍ਰਭੂ ਦਾ ਜਦੋਂ ਮਿਲਾਪ ਹੁੰਦਾ ਹੈ ਤਾਂ ਉਸ ਦੀ ਅਵਸਥਾ ਕੀ ਬਣ ਜਾਂਦੀ ਹੈ। ਆਓ ਕਿ ਭਗਤ ਕਬੀਰ ਸਾਹਿਬ ਜੀ ਸ਼ਬਦ ਦੇ ਰਾਹੀਂ ਸਾਨੂੰ ਇਹ ਗੱਲ ਸਮਝਾਉਣਾ ਚਾਹੁੰਦੇ ਨੇ ਕਿ ਅਸੀਂ ਸੰਸਾਰ ਦੇ ਵਿੱਚ ਉਸ ਆਤਮ ਰਾਮ ਨੂੰ, ਉਸ ਪਰਮੇਸ਼ਰ ਨੂੰ, ਆਪਣੇ ਸੋਮੇ ਨੂੰ, ਆਪਣੀ ਅੰਸ਼ ਨੂੰ ਜਾਣਨ ਵਾਸਤੇ ਆਏ ਹਾਂ। ਪਰ ਉਸ ਨੂੰ ਛੱਡ ਅਸੀਂ ਸੰਸਾਰ ਦੇ ਨਾਲ ਜੁੜ ਜਾਂਦੇ ਹਾਂ। ਇਸ ਕਰਕੇ ਉਸ ਕਹਾਣੀ ਨੂੰ ਅਸੀਂ ਪੂਰੀ ਜ਼ਿੰਦਗੀ ਜਾਣ ਨਹੀਂ ਪਾਉਂਦੇ। ਕਿੱਦਾਂ ਜਾਣੀ ਜਾ ਸਕਦੀ ਹੈ? ਦੇ ਸ਼ਬਦ ਰਾਹੀਂ ਵਿਚਾਰ ਬਖਸ਼ੇ ਹਨ। ਸੋ ਆਪ ਸਾਰਿਆਂ ਨੇ ਮਨੋਵਿਰਤੀਆਂ ਇਕਾਗਰ ਕਰਨੀਆਂ। ਪ੍ਰੇਮ ਸਹਿਤ ਗੁਰਚਰਨਾਂ 'ਚ ਆਪੋ ਆਪਣੀਆਂ ਹਾਜ਼ਰੀਆਂ ਲਵਾਓ ਜੀ। ਗੁਰ ਮੰਤਰ ਦੀ ਸਾਂਝ ਕਰੋ। ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ। ਫਿਰ ਕਰੋ ਕਿਰਪਾ ਸਤਨਾਮ ਸ੍ਰੀ ਵਾਹਿਗੁਰੂ। ਹਰ ਇੱਕ ਮਨੁੱਖ ਸੰਸਾਰ ਦੇ ਵਿੱਚ ਆਇਆ ਹੈ ਔਰ ਇੱਥੇ ਆ ਕੇ ਮਨੁੱਖੀ ਜੀਵਨ ਦਾ ਜੋ ਫਰਜ਼ ਹੈ ਜਾਂ ਜੋ ਕਰਨ ਵਾਸਤੇ ਅਸੀਂ ਆਏ ਹਾਂ ਉਹ ਹੈ ਆਪੇ ਦੀ ਪਰਚੋਲ। ਆਪਣੇ ਹਿਰਦੇ ਰੂਪੀ ਘਰ ਨੂੰ ਸਵਾਰਨ ਵਾਸਤੇ, ਸ਼ਿੰਗਾਰਨ ਵਾਸਤੇ, ਸੋਹਣਾ ਬਣਾਉਣ ਵਾਸਤੇ ਆਏ ਹਾਂ ਤਾਂ ਕਿ ਇਸ ਹਿਰਦੇ ਵਿੱਚ ਉਸ ਅਕਾਲ ਪੁਰਖ ਵਾਹਿਗੁਰੂ ਦੀ ਹੋਂਦ ਦਾ ਪ੍ਰਗਟਾਵਾ ਹੋ ਸਕੇ। ਸਾਡੇ ਹਿਰਦੇ ਵਿੱਚੋਂ ਰੱਬੀ ਗੁਣ ਪ੍ਰਗਟ ਹੋ ਜਾਣ। ਪਰ ਅਸੀਂ ਸੰਸਾਰ ਦੇ ਵਿੱਚ ਆ ਕੇ ਜੋ ਗੁਰਬਾਣੀ ਸਾਨੂੰ ਸਮਝਾਉਂਦੀ ਹੈ ਕਿ ਉਸ ਆਪਣੇ ਹਿਰਦੇ ਰੂਪੀ ਘਰ ਵਿੱਚ ਬੈਠੇ ਹੋਏ ਉਸ ਰੱਬ ਨੂੰ ਭੁਲਾ ਕੇ ਅਸੀਂ ਹੋਰ ਕੰਮਾਂ ਵਿੱਚ ਲੱਗ ਜਾਂਦੇ ਹਾਂ। ਤੇ ਹੋਰ ਕੰਮਾਂ ਵਿੱਚ ਲੱਗਾ ਹੋਇਆ ਇਨਸਾਨ ਜਿਹੜਾ ਹੈ ਉਹ ਆਪਣੇ ਆਪ ਦੇ ਅੰਦਰ ਬੈਠੇ ਰੱਬ ਦੀ ਕਥਾ, ਉਸ ਪਰਮਾਤਮਾ ਦੇ ਮਿਲਾਪ ਦੀ ਅਵਸਥਾ, ਉਸ ਹਾਲਤ ਦਾ ਭੇਦੀ ਨਹੀਂ ਹੁੰਦਾ ਜਾਂ ਉਸ ਦਾ ਉਹਨੂੰ ਗਿਆਨ ਨਹੀਂ ਹੁੰਦਾ ਜਿਸ ਅਵਸਥਾ ਵਿੱਚ ਪਰਮੇਸ਼ਰ ਦਾ ਜਾ ਕੇ ਮਿਲਾਪ ਹੋ ਕੇ ਜੋ ਆਤਮਿਕ ਆਨੰਦ ਦੀ ਪ੍ਰਾਪਤੀ ਹੁੰਦੀ ਹੈ। ਇਸ ਕਰਕੇ ਗੁਰਬਾਣੀ ਨੇ ਸਾਨੂੰ ਇਹ ਗੱਲ ਦਰਸਾਈ ਔਰ ਇਹ ਸਮਝਾਉਣ ਦਾ ਯਤਨ ਕੀਤਾ ਕਿ ਮਨੁੱਖ ਸੰਸਾਰ ਦੇ ਵਿੱਚ ਆ ਕੇ ਆਪਨ ਰਾਮ ਨ ਚੀਨੋ ਖਿਨਵਾ, ਆਪਣੇ ਅੰਦਰ ਬੈਠੇ ਹੋਏ ਉਸ ਰਮੇ ਹੋਏ ਰਾਮ ਨੂੰ ਇੱਕ ਖਿਨ ਮਾਤਰ ਸਮੇਂ ਲਈ ਵੀ ਪਰਚੋਲਦਾ ਨਹੀਂ, ਪਹਿਚਾਣਦਾ ਨਹੀਂ, ਚੀਣਦਾ ਨਹੀਂ। ਕਿਉਂਕਿ ਜੇ ਅੰਦਰ ਬੈਠਾ ਹੋਇਆ ਰੱਬ ਹੈ, ਪਰਮੇਸ਼ਰ ਹੈ, ਉਹਦੀ ਪਹਿਚਾਣ ਨਹੀਂ ਕਰਦਾ। ਇਹ ਕਰਦਾ ਕੀ ਹੈ? ਜੋ ਪਰਾਈ
सो अपनी मनवा। जिहड़ी चीज़ पराई है ये अपने मन विच अपनी मन के बैठ जाता है और पूरी जिंदगी उहदे पिछे दौड़ता रहता है। सारा मनुखा जीवन जिहड़ा है सदगुरु कहंदे उस विच ही ला दिंदा है। क्योंकि जो इस दे वास्ते इहनूं चाहीदा सी, जो इस दी अपनी वास्ते कमाई करनी सी, वो ना करके वो करदा है जिहड़ी कमाई पराई हो जाती है। उन्होंने महाराज कहते ने हाँ हाँ लपटियो रे मूड़े कछू न थोरी। कहते तेरो नहीं सो जानी मूरी। जिहड़ी तेरी नहीं है वो अपनी मेरी करके समझ बैठा, जो तेरी अपनी है नहीं है। ते करके रहा नाम संगी सो मन न वसायो। जिहड़ा नाम तेरा संगी है, तेरा साथी है, उसनों तू मन विच नहीं वसाया। क्योंकि जिसने साडा साथ देना है, सानू जुड़ना तो उसदे नाल चाहिदा सी, पर जिसने साडा साथ छड़ जाना उसदे नाल जुड़े हुए हैं। सतगुरु कहण लगे नाम संगी सो मन ना वसायो। जिन्हें तेरा साथी बनना उन्होंने मन विच नहीं वसाया। तो कहने छोड़ जाए बाहू चित लायो। जिसने छड़ जाना ਉਹਦੇ ਵਿੱਚ चित जोड़ के बैठा होया। जिसने तेन छुड़ के चला जाना, तेन त्याग के चले जाना, उस चीज़ां नाल, उन्हां विकारां नाल, उन्हां बुराइयां नाल, उन्हां पदार्थां नाल तू चित ला के बैठा होया। सो संचियो जित भूख तिसायो। वो तू इकट्ठा कर रहा है ਜਿਹੜੇ तेरे अंदर दी होर भुख ते प्यास पैदा कर रही चीज़ां। जो चीज़ां असीं इकट्ठी कर रहे हैं ना, ਇਹ ਗੱਲ ਜੀਵਨ 'ਚ याद रखना। ਇਹਨਾਂ ਦੇ ਨਾਲ कभी साड़ी तृष्णा की भुख नहीं मिटनी। साढ़े अंदर की ये प्यास, ये तमा जिहड़ी है ये नहीं जानी। सतगुरु कहते तू संसार में आके तू उस चीज़ नूं इकट्ठा कर रहा है जिसने तेरी भुख नूं दूर नहीं करना, होर भुख वधाणी। जिवें पदार्थ वधदे ने दुनिया दे विच विकार आपां वधाउंदे हाँ, वासनावां वधदियां ने। एक गल याद रखना, वासनावां कभी फिर घटन का नाम नहीं लैंदियां। वासना की भुख होर वधी चली जाती है तो मनुख उस वास्ते यतनशील है। सतगुरु कहते ते अमृत नाम तोसा नहीं पायो। नाम रूपी अमृत जिहड़ा हिरदे विच पिया होया है उसदा तोसा ये प्राप्त नहीं कर रहा, जो इसदे नाल निभना है। क्योंकि अंदर दी जानकारी बंदा नहीं लै रहा, अंदर जो वरत रहा वरता रहा उन्होंने समझ नहीं रहा। मैं कई बार बेनती करना कि असल विच सच तो यह है जो आप बाणी सुनते हैं ना, ये गुरमत, ये विचारधारा साढ़े अंदर की उस कहानी को प्रगट करने वास्ते है। जो कीर्तन सुनते हो तो इसका अर्थ है तेरे अंदर भी कोई कीर्तन चल रहा, वो सुनना आ जाए। जो पाठ सुनते हो तेरे अंदर भी कोई ऐसा पाठ चल रहा है, तेनों सुनना आ जाए। तुसी कथा सुनते हो, तेरे अंदर भी कोई कथा चली, वो तेनों सुननी आ जाए। पर बंदा उद तक पहुँचता नहीं, सिर्फ कन्न रस लैंदा है, दूजे पासों कढ़दा है, घर चला जाता है। सद कहने काम क्रोध मोह कूप भरिया। काम क्रोध लोभ मोह हंकार दे खोदे विच पिया होया ते गुर प्रसाद नानक को तरिया। जे किते गुरु की कृपा हो जाए तो तरिया जा सकता, नहीं तो पूरी जिंदगी असी इस दे विच ही फसे रहंदे हाँ और इस दे आले दुआले ही अपने मनुखा जीवन नूं बतीत कर लैंदे हाँ। ते सतगुर सानूं समझाते ने जे तू इस तरह ही कर रहे हैं अपने जीवन विचों उस परमात्मा की कथा कहानी नहीं जानी। कहानी का अर्थ होंदा है किसी बीत चुकी वार्ता या वो वक्त, वो घटना का हाल दसना, उन्होंने कहते कहानी। राजा राम की कहानी का अर्थ है वो घटना का हाल जो प्रकाश रूप परमात्मा का सिमरन कीतियां किसी मनुख के मन विच वपरदी हुई जिहड़ी हालत है उसनों तू नहीं जाणिया। भी तेरे अंदर प्रभु मिलाप होने तो बाद जिहड़ी हालत तेरी बनती वो की है, वो तू जानी नहीं। तो जे नहीं जाणिया, जे नहीं समझिया तो गुरु अर्जन देव जी महाराज बंदे नूं कहंदे ने मानुख बिन बूझे बिरथा आया। जे नहीं बुझिया ना, संसार विच आया तो सही पर व्यर्थ ही आया, वो व्यर्थ ही जिंदगी गवा ली। तो जे बुझदा ही नहीं, जे बुझण का जतन नहीं करता, तेरे आने का भी कोई लाभ नहीं है। मानुख
बिन बूझे बिरथा आया, अनेक साज श्रृंगार वो करता, जो मृतक उड़ाया। बाहरों बड़ा हार श्रृंगार करदा, धर्म करम की बड़ी लिपा पोती करदा, बड़ा धर्मी होने का जतन करदा, विखावे करदा, पर तेरा हार श्रृंगार बाहर दी करिया इस तरह जिवें कि मृतक नूं मरण तो बाद जितने मर्जी हार श्रृंगार कर लो। देखते हैं तुसीं कई वारी मरण तो बाद मुर्दे नूं कितना श्रृंगारिया जाता है। बीबियां मर जान तो उन्होंने कपड़े कितना हार श्रृंगार वाले, फिर सारे हार श्रृंगार किए जाते हैं। बंदा मर जाए कई बार बाहरों बड़े हार श्रृंगार किए जाते हैं, पर वो जिहड़े हार श्रृंगार ने ना मरे हुए दे किसी काम नहीं। जितने मर्जी तुसीं सजा लो, हार श्रृंगार कर लो, जिहड़ा मर चुका उसने थोड़ी देखना। जदों असीं आत्मिक तौर तो मर जाते हाँ, फिर धर्म के हार श्रृंगार किए, बाहर दियां क्रियावां कीतियां, माफ करना, वो किसी काम नहीं आउंदियां। सो कहते तू जे बुझिया ही नहीं अपने जीवन नूं, ताई महाराज ने कहा बाबरे तैं ज्ञान विचार न पाया, विरथा जन्म गवाया। बाबरे हे झल्ले इंसान, तू ज्ञान की विचार नहीं की ते अपना मनुखा जीवन जिहड़ा सी वो व्यर्थ गवा लिया। गल स्पष्ट हो रही है, जे आपां जीवन नूं जानन दा जतन नहीं करांगे, अपने अंदर वरत रही अवस्था नूं आपां ध्यान नहीं देवांगे, अपने हालत वल नहीं वेखांगे, नहीं बुझांगे, तो मैनूं माफ़ कर देना, किसी होर ने साडे जीवन बारे नहीं जे बुझना। अपने जीवन बारे असी आप ही बुझना है। सारिਆਂ ने आपो अपने जीवन की आप ही खबर लैनी है। असी किसी होर ने खबर लैण वास्ते नहीं आना। दुनियावी तौर तो कोई खबर लैण वास्ते आ सकता है, कोई दुख है सुख है हाल चाल पुछण वास्ते आ सकता है, पर अंदर की जिहड़ी हालत है वो किसी ने पुछण वास्ते तेरे कोल नहीं आना। अपने अंदर के गुण अवगुण चंगियाइयां बुराइयां वो तैनूं आप ही बुझनियां पैणियां। मैं किस अवस्था में जी रहा हाँ, किसी ने नहीं आना। कई बार सानूं हुंदा है ना भी कोई हाल चाल लैण वास्ते साडा आए, वो दुनियावी हाल चाल लै सकता है, दुनियावी गल्लां कर सकता है, पर सच तो यह है, सतगुर कहते ने तू जो कुछ संसार विच कर रहा है, जे तू अपने जीवन विच आके तू बुझण दा जतन नहीं कर अपने आप नूं, मानुख बिन बूझे बिरथा आया, अनेक साज श्रृंगार वो करता, जो मृतक उठाया, ताहे ताहे कृपन श्रम कीनो, एकत्र करी है माया। महाराज कहते तू दौड़ दौड़ के कृपन का अर्थ कंजूसी नाल, श्रम कीनो बड़ी मेहनत की, पर यह माया एकत्र कर ली। भावें वो दुनियावी धन है, भावें अंदर असी बुराइयां इकट्ठियां कर रहे हैं, विकार इकट्ठे कर रहे हैं। जितने विकारां वास्ते साडा मन दौड़दा है, रूप रंग देखण वास्ते जिन्नी साडे अंदर तमा है, माफ़ करना इतना साडे वास्ते नाम वास्ते नहीं है। असी दौड़ते हाँ, साडी सुरत दौड़ती है, साडा मन दौड़ता है, तरलो मच्छी होया रहिंदा साडा मन। ते सतगुर की कहते ने ताहे ताहे कृपन श्रम कीनो, एकत्र करी है माया, दान पुन नहीं संतन सेवा कित ही काज ना आया। कहने तू इस दे नाल कुछ चंगा काम ही नहीं किया, तब ये जिहड़ा तू इकट्ठा भी किया ये तो किसी काम नहीं आया। कर आपरन सवारी सेजा, कावन थाट बनाया। कहते ने तू भोजन प्रसाद इकट्ठे कर ले, सेजावां सवाल लियां, कामन थाट बनाया कर लिया, पर संग ना पायो अपने भरते, पेख पेख दुख पाया। पर अपने भरते अकाल पुरख वाहिगुरू का संग तू प्राप्त नहीं किया। इन्हां सारी समग्री नूं वेख वेख के सुख मिलना चाहिए सी, दुखी हो रहा कि तू परमात्मा नाल जुड़ नहीं सकिया। जिवें एक इस्त्री पति नाल ना जुड़े, संबंध जीवन का ना बने, तो वो संसार के सुख किसी काम के नहीं हैं। गुरबाणी ने तो यह आख्या है कि एक पति ते पत्नी का मिलाप होना चाहिए, जीवन में प्यार होना चाहिए। वो जिहड़ी मिलाप वाली सुहागण है, गुरबाणी कहती है रूखो भोजन भूम सैन, सखी प्रसंग सुख विहात। रूखा भोजन होवे, जमीन ते सोना मिल जाए, पर मैनू अपने पति नाल रहन का समा मिल जाए। जे अपने अंदर असी अपने वसदे प्रभु पति नाल मिलन वास्ते उद्यमशील नहीं हाँ, तो फिर जो भी कुछ कर रहे हैं ना, तो गुरु साहब कहते फिर तो ये सब व्यर्थ ही अपने जीवन में गवा रहे हैं, तो जीवन वास्ते कुछ चंगा नहीं कर पा रहे।
ਇਸ ਕਰਕੇ ਕਿਉਂਕਿ ਆਪਣੇ ਭਰਤੇ ਨੂੰ ਤੂੰ ਵੇਖ ਨਹੀਂ ਪਾ ਰਿਹਾ। ਸਾਰੋ ਦਿਨਸ ਮਜ਼ਦੂਰੀ ਕਰਤਾ ਤੂੰ ਮਸਲੇ ਸਰਾਇਆ, ਖੇਦ ਪਿਓ ਬੇਗਾਰੀ ਨਿਆਈ, ਘਰ ਕੇ ਕਾਮ ਨਾ ਆਇਆ। ਤੂੰ ਹੋਰ ਦੀ ਬੇਗਾਰੀ ਕਰ ਰਿਹਾ ਪਰ ਆਪਣੇ ਘਰ ਦੇ ਕੰਮ ਨਹੀਂ ਆ ਰਿਹਾ। ਸਾਡੇ ਘਰ ਦਾ ਕੀ ਕੰਮ ਹੈ? ਆਪਣੇ ਇੰਦਰੀਆਂ ਦੀ ਹਲਚਲ ਨੂੰ ਪੁੱਛਣਾ, ਆਪਣੇ ਜੀਵਨ ਕਿਰਦਾਰ ਦੀ ਕਾਰਜ ਕਰਨੀ, ਆਪਣੇ ਜੀਵਨ ਨੂੰ ਤੱਕਣਾ। ਪਰ ਮੈਂ ਤਾਂ ਦੂਜੇ ਦੀ ਨਿੰਦਾ ਚੁਗਲੀ, ਦੂਜੇ ਦੇ ਘਰ ਵੱਲ ਧਿਆਨ ਹੈ, ਉਹ ਵੀ ਤਾਂ ਇੱਦਾਂ ਕਰਦਾ ਹੈ, ਉਹ ਵੀ ਇਹ ਕਰ ਰਿਹਾ। ਮੈਂ ਦੂਜੇ ਦੀ ਰਾਖੀ ਕਰਨ 'ਤੇ ਲੱਗਿਆ ਹੋਇਆ, ਆਪਣੇ ਹਿਰਦੇ ਦੀ ਰਾਖੀ ਕੋਈ ਨਹੀਂ ਕਰ ਰਿਹਾ। ਦੂਜੇ ਦੀ ਬੁਰਾਈਆਂ ਮੈਂ ਜ਼ਰੂਰ ਵੇਖ ਰਿਹਾ ਹਾਂ, ਉਸ ਦੇ ਵਿੱਚ ਵੀ ਇਹ ਖਾਮੀ ਹੈ, ਉਸ ਦੇ ਅੰਦਰ ਵੀ ਇਹ ਖਾਮੀ ਹੈ। ਆਪਣੀਆਂ ਸਭ ਭੁੱਲੀਆਂ ਹੋਈਆਂ ਮੈਨੂੰ। ਆਪਣੇ ਘਰ ਦਾ ਕੰਮ ਸੀ ਆਪਣੇ ਆਪ ਦੀ ਪਰਚੋਲ, ਆਪੇ ਦੀ ਪਰਚੋਲ ਕਰਨੀ। ਅੱਜ ਦੇ ਸ਼ਬਦ ਵਿੱਚ ਭਗਤ ਕਬੀਰ ਸਾਹਿਬ ਕਹਿੰਦੇ ਆਪੇ ਦੀ ਪਰਚੋਲ ਕਿਵੇਂ ਕਰੀਏ। ਕਿਹਨਾਂ ਨੇ ਆਪਣੇ ਅੰਦਰ ਦੀ ਕਹਾਣੀ ਨੂੰ ਜਾਣਿਆ ਹੈ ਵੀ ਜਿੰਨਾ ਚਿਰ ਆਪਾਂ ਆਪੇ ਦੀ ਪਰਚੋਲ ਨਹੀਂ ਕਰਦੇ ਨਾ, ਸਾਡੇ ਜੀਵਨ ਦਾ ਮਸਲਾ ਹੱਲ ਨਹੀਂ ਹੋਣਾ। ਅਸੀਂ ਦੂਜੇ ਦੀ ਪਰਚੋਲਾਂ ਕਰਦੇ ਫਿਰਦੇ ਹਾਂ, ਦੂਜੇ ਵੱਲ ਵੇਖਦੇ, ਉਹ ਇਦਾਂ ਦਾ। ਸਤਿਗੁਰ ਕਹਿੰਦੇ ਤੂੰ ਕੀ ਕਰ ਰਿਹਾ ਹੈ? ਕਹਿੰਦੇ ਖੇਦ ਪਿਓ ਬੇਗਾਰੀ ਨਿਆਈ, ਘਰ ਕੇ ਕਾਮ ਨਾ ਆਇਆ। ਆਪਣੇ ਹਿਰਦੇ ਘਰ ਦੇ ਕੰਮ ਨਹੀਂ, ਆਪਣੇ ਕੰਮ ਵਾਸਤੇ ਨਹੀਂ ਤੂੰ ਆਪਣੇ ਜੀਵਨ ਨੂੰ ਲਾਇਆ, ਦੂਜਾ ਦਾ ਕੰਮ ਕਰੀ ਜਾ ਰਿਹਾ। ਮੈਂ ਇੱਕ ਗਾਥਾ ਪੜ੍ਹ ਰਿਹਾ ਸੀ, ਭਾਵੇਂ ਉਹ ਗਾਥਾ ਹੋ ਸਕਦਾ ਗੁਰਮਤਿ ਤੋਂ ਪੂਰੀ ਨਾ ਉਤਰੇ। ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ ਉਹਨਾਂ ਦਾ ਪੁੱਤਰ ਸੀ ਕਮਾਲ, ਤੇ ਉਹ ਇੱਕ ਪੰਡਤ ਕੋਲ ਜਾਂਦਾ ਸੀ। ਉਹ ਪੰਡਤ ਰੋਜ਼ ਕਬੀਰ ਸਾਹਿਬ ਦੀ ਬੜੀ ਬੁਰਾਈ ਕਰਦਾ ਸੀ। ਤੇ ਭਗਤ ਕਬੀਰ ਸਾਹਿਬ ਕੀ ਕਰਦੇ ਸਨ? ਆਪਣੇ ਪੁੱਤਰ ਨੂੰ ਕਹਿੰਦੇ ਸੀ ਵੀ ਉਸ ਪੰਡਤ ਦੀ ਨਾ ਸੇਵਾ ਕਰਿਆ ਕਰ। ਭੋਜਨ ਪ੍ਰਸਾਦ ਤਿਆਰ ਕਰਾ ਕੇ ਕਮਾਲ ਨੇ ਕਹਿੰਦੇ ਉਸ ਪੰਡਤ ਦੀ ਜਾ ਕੇ ਸੇਵਾ ਕਰਨੀ। ਉਸਨੇ ਬੜਾ ਖੁਸ਼ ਹੋਣਾ, ਤੇ ਉਸ ਨੂੰ ਪਤਾ ਨਹੀਂ ਸੀ ਵੀ ਇਹ ਕਬੀਰ ਦਾ ਪੁੱਤਰ ਹੈ। ਤੇ ਉਸਨੇ ਰੋਜ਼ ਜਿਹੜੇ ਵੀ ਲੋਕ ਆਣੇ, ਸੰਗਤ ਆਣੀ, ਤੇ ਕਬੀਰ ਸਾਹਿਬ ਜੀ ਦੀ ਨਿੰਦਾ ਕਰਨੀ। ਕਿਸੇ ਨੇ ਦੱਸਿਆ ਵੀ ਜਿਹੜਾ ਤੈਨੂੰ ਪ੍ਰਸਾਦਾ ਪਾਣੀ ਛਕਾਉਂਦਾ ਇਹ ਕਬੀਰ ਦਾ ਪੁੱਤਰ ਹੈ, ਕਮਾਲ ਹੈ, ਔਰ ਤੂੰ ਉਸਦੇ ਪਿਓ ਦੀ ਨਿੰਦਾ ਕਰਦਾ ਹੈ। ਔਰ ਤੈਨੂੰ ਪਤਾ ਵੀ ਹੈ ਕਿ ਉਸਦਾ ਜੀਵਨ ਕਿਰਦਾਰ ਕਿੰਨਾ ਉੱਚਾ ਕਬੀਰ ਦਾ। ਤੇ ਕਹਿੰਦੇ ਕਬੀਰ ਸਾਹਿਬ ਦਾ ਪੁੱਤਰ ਗਿਆ, ਨਿੰਦਾ ਕਰਨੀ ਬੰਦ ਕਰ ਦਿੱਤੀ, ਕਬੀਰ ਸਾਹਿਬ ਜੀ ਦੀ ਉਸਤਤ ਕੀਤੀ। ਕਮਾਲ ਨੇ ਆ ਕੇ ਪਿਤਾ ਨੂੰ ਦੱਸਿਆ ਵੀ ਅੱਜ ਤਾਂ ਪੰਡਤ ਨੂੰ ਪਤਾ ਨਹੀਂ ਕੀ ਹੋਇਆ, ਬੜੀ ਸਾਡੀ ਉਸਤਤ ਕਰ ਰਿਹਾ ਸੀ। ਤੇ ਅਗਲੇ ਦਿਨ ਤੋਂ, ਭਾਵੇਂ ਇਹ ਗਾਥਾ ਕਿਸ ਪ੍ਰਥਾਏ ਲਿਖੀ ਗਈ, ਅਗਲੇ ਦਿਨ ਤੋਂ ਕਬੀਰ ਸਾਹਿਬ ਨੇ ਕਿਹਾ ਉਸ ਦੇ ਕੋਲ ਨਾ ਜਾਈ, ਜਾਵੇਂ ਵੀ ਤਾਂ ਪ੍ਰਸਾਦਾ ਪਾਣੀ ਨਾ ਲੈ ਕੇ ਜਾਈ। ਇੱਕ ਦਿਨ ਗਿਆ ਕਮਾਲ, 2 ਦਿਨ ਗਿਆ, ਪ੍ਰਸਾਦਾ ਪਾਣੀ ਲੈ ਕੇ ਨਹੀਂ ਗਿਆ, ਪੰਡਤ ਦੀ ਸੇਵਾ ਨਹੀਂ ਕੀਤੀ। ਪੰਡਤ ਨੇ ਪੁੱਛਿਆ ਵੀ ਪਹਿਲਾਂ ਬੜੀ ਸੇਵਾ ਕਰਦਾ ਸੀ, ਮੈਂ ਤੇਰੇ ਪਿਓ ਦੀ ਐਡੀ ਨਿੰਦਾ ਕਰਦਾ ਸੀ, ਬਦਖੋਈ ਕਰਦਾ ਸੀ, ਪਰ ਤੂੰ ਹੁਣ ਪ੍ਰਸਾਦਾ ਪਾਣੀ ਨਹੀਂ ਛਕਾਉਂਦਾ। ਤੇ ਕਹਿੰਦੇ ਮੇਰੇ ਪਿਤਾ ਨੇ ਮਨਾ ਕਰ ਦਿੱਤਾ ਵੀ ਪਹਿਲਾਂ ਪੰਡਤ ਮੇਰਾ ਕੰਮ ਕਰਦਾ ਸੀ, ਹੁਣ ਮੇਰਾ ਜਦ ਕੰਮ ਕਰਨਾ ਹੀ ਖਤਮ ਕਰ ਦਿੱਤਾ, ਮਤਲਬ ਜੋ ਬੇਗਾਰੀ ਕਰਨੀ ਬੰਦ ਕਰ ਦਿੱਤੀ ਪੰਡਤ ਨੇ, ਫਿਰ ਭੋਜਨ ਕਿਹੜੀ ਗੱਲ ਦਾ? ਮੇਰਾ ਕੰਮ ਕਰਦਾ ਸੀ, ਨਿੰਦਾ ਕਰਕੇ ਮੇਰੀ ਖੋਟ ਕੱਢਦਾ ਸੀ ਉਹ, ਤੇ ਹੁਣ ਨਿੰਦਾ ਹੀ ਕਰਨੀ ਬੰਦ ਕਰ ਦਿੱਤੀ, ਤੇ ਮੈਨੂੰ ਹੁਣ ਖੋਟ ਕਿੱਦੋਂ ਕੱਢਣਾ? ਇਸ ਕਰਕੇ ਭਗਤ ਜੀ ਨੇ ਸ਼ਬਦ ਵਿਚਾਰਨ ਕੀਤਾ, ਨਿੰਦੋ ਨਿੰਦੋ ਮੋਕੋ ਲੋਗ ਨਿੰਦੋ, ਨਿੰਦਾ ਜਨ ਕੋ ਖਰੀ ਪਿਆਰੀ, ਨਿੰਦਾ ਬਾਪ ਨਿੰਦਾ ਮਹਤਾਰੀ। ਉਹਨਾਂ ਨੇ ਕਿਹਾ ਤੁਸੀਂ ਨਿੰਦੋ, ਮੈਨੂੰ ਰੱਜ ਕੇ ਨਿੰਦੋ, ਤਾਂ ਕਿ ਮੈਂ ਆਪਣੇ ਜੀਵਨ ਦੇ ਸਾਰੇ ਖੋਟ ਪਾਸੇ ਕਰ ਸਕਾਂ। ਕੋਈ ਜਿਸ ਬੰਦੇ ਦੀ ਨਿੰਦਾ ਹੁੰਦੀ ਹੈ ਨਾ ਸਮਾਜ ਦੇ ਅੰਦਰ, ਉਹ ਆਪਣੇ ਦੇ ਆਪੇ ਦੀ ਪਰਚੋਲ ਕਰਦਾ, ਨਿੰਦਾ ਕਿਉਂ ਹੋ ਰਹੀ ਹੈ? ਮੇਰੇ ਅੰਦਰ ਕੋਈ ਘਾਟ ਹੋਏਗੀ, ਮੇਰੇ ਜੀਵਨ 'ਚ ਕੋਈ ਕਮੀ ਹੋਏਗੀ, ਉਹ ਆਪਣੇ ਵੱਲ ਦੇਖਣਾ ਸ਼ੁਰੂ ਕਰ ਦਿੰਦਾ। ਜਦੋਂ ਬੰਦੇ ਦੀ ਉਸਤਤ ਹੁੰਦੀ ਹੈ ਨਾ, ਉਹ ਕਦੀ ਆਪਣੇ ਵੱਲ ਨਹੀਂ ਦੇਖਦਾ, ਆਪਣੀ ਬੁਰਾਈਆਂ ਵੱਲ ਨਹੀਂ ਵੇਖਦਾ, ਉਹਦਾ ਉਸਤਤ ਵਿੱਚ ਹੀ ਖੁਸ਼ ਹੋ ਜਾਂਦਾ। ਇਹ ਜੈ ਜੈਕਾਰ ਹੋਈ ਪਈ ਹੈ, ਬਿਨਾਂ ਲੈਣੇ ਦੇਣੇ, ਕੋਈ ਹੈ ਹੀ ਨਹੀਂ ਗੱਲਬਾਤ, ਫਿਰ ਵੀ ਲੋਕ ਜੈ ਜੈਕਾਰ ਕਰਦੇ ਨੇ। ਪਰ ਜਦੋਂ ਬੰਦੇ ਦੀ ਨਿੰਦਾ ਹੁੰਦੀ ਹੈ ਨਾ, ਉਸ ਵੇਲੇ ਮਨੁੱਖ ਸੁਚੇਤ ਹੁੰਦਾ ਹੈ। ਪਿਆਰ ਵਾਲਿਓ, ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਉਹ ਮਨੁੱਖ ਆਪਣੇ ਘਰ ਦਾ ਕਾਰਜ ਨਹੀਂ ਕਰਦਾ, ਸਗੋਂ ਦੂਜੇ ਦੇ ਕਾਰਜ ਕਰਦਾ ਹੈ। ਪਹਿਓ ਅਨੁਗ੍ਰਹਿ ਜਾਕੋ ਪ੍ਰਭ ਕੋ, ਤਿਸ ਹਿਰਦੈ ਨਾਮ ਵਸਾਇਆ। ਤੇ ਮਹਾਰਾਜ ਕਹਿੰਦੇ ਸਾਧ ਸੰਗਤ ਕੇ ਪਾਛੇ ਪਰਿਓ, ਜਨ ਨਾਨਕ ਹਰਸ ਪਾਇਆ। ਜਿਹੜਾ ਸਾਧ ਸੰਗਤ ਦੇ ਪਿੱਛੇ ਪੈ ਜਾਂਦਾ, ਬਹੁਤ ਸਤਸੰਗਤ ਵਿੱਚ ਆਉਂਦਾ ਹੈ, ਪਰਮਾਤਮਾ ਦਾ ਨਾਮ ਰਸ ਪ੍ਰਾਪਤ ਹੋ ਜਾਂਦਾ ਹੈ। ਉਹਨੂੰ ਫਿਰ ਖਬਰ ਮਿਲਦੀ ਹੈ ਕਿ ਮੇਰਾ ਜੀਵਨ ਤੇ ਕੁਝ ਹੋਰ ਹੈ, ਮੈਂ ਤਾਂ ਇੱਥੇ ਸੰਸਾਰ 'ਚ ਕੁਝ ਹੋਰ ਕਰਨ ਵਾਸਤੇ ਆਇਆ। ਜਦੋਂ ਆਪਾਂ ਸਤਸੰਗਤ ਵਿੱਚ ਆਉਂਦੇ ਹਾਂ ਨਾ, ਤਾਂ ਉਹ ਉੱਥੇ ਗੁਰੂ ਸਾਹਿਬ ਕਹਿੰਦੇ ਤੂੰ ਸੰਸਾਰ 'ਚ ਆਇਆ, ਤੈਨੂੰ ਪਤਾ ਕਿਉਂ ਆਇਆ? ਤੇ ਬੰਦਾ ਕਹਿੰਦਾ ਨਹੀਂ ਮਹਾਰਾਜ ਮੈਨੂੰ ਨਹੀਂ ਪਤਾ, ਤੁਸੀਂ ਦੱਸੋ। ਕਹਿੰਦੇ ਤੈਨੂੰ ਮੈਂ ਦੱਸ ਦਿੰਦਾ, ਤੂੰ ਸੰਸਾਰ ਦੇ ਵਿੱਚ ਆਇਆ ਨਾ,
इस करके आया कि तू रब की प्राप्ति कर सके। मनुखा देही मिली ना, इस करके मिली पही प्राप्त मानुख दे हुरिया, गोबिंद मिलन की यह तेरी बरिया। अबर काज तेरे कितै न काम, मिल साध संगत भज केवल नाम। सब कहने सरंजाम लाग पवजल तरन कै, जन्म बिरथा जात रंग माया कै। तेरा जीवन बिरथा जा रहा माया के रंग विच, तू आपे दी परचोल कर, इंतजाम दे विच लग। देखो एक गल याद रखियो, अपने आप की परचोल करन वास्ते भी गुरसिखो सानू इंतजाम करना पैना। शुभ गुण ने इकट्ठे करने ने ना, तो बड़ा उद्यम की लोड़ है। किते यात्रा ते जाना होवे ना, असी इंतजाम करते हाँ की लैके जाना, किहड़ी चीज़ां लै जानियां ने, कितना को वेट चाहिए, सारिया चीज़ां असी पहला इंतजाम करके रखते हैं। पर असी भी तो एक यात्रा ते हाँ ना। साडी यात्रा कदों मुकनी है, जदों असी उस अकाल पुरख वाहिगुरू दे विच मिल जावांगे, रब का रूप हो जावांगे। सारी बाणी का सिद्धांत ही यह है कि मनुखा जीवन रब की प्राप्ति वास्ते मिले है, भी तू रब दे विच अभेद हो जाए, परमात्मा विच लीन हो जाए। जदों लीन हो जाएगा फिर तेरा जीवन सफर समझ लो, तू अपना मनुखा जीवन सफला कर लिया। जदों तक तेरी सुरत रब दे विच नहीं जुड़ी, रबी गुण तेरे जीवन च प्रगट नहीं होए, समझ लो तेरा मनुखा जीवन सफला नहीं होया। इस करके भगत जी कहन लगे, हुण मैनूं वो कथा समझ आ गई है भी मैं किस वास्ते संसार च आया। जदों तक नहीं सी बुझिया तो जन्म बिरथा जा रहा सी, हुण मैं इस गल नूं बुझ लिया। कहन लगे, जानी जानी दे राजा राम की कहानी, अंतर जोत राम परगासा, गुरमुख विरलै जानी रहाओ। इस शब्द का केंद्री भाव है। आखन लगे, हे भाई, जे कोई मनुख अपने आप नूं गुरु दे हवाले करता है, गुरमुख का अर्थ है गुरु दे सन्मुख होना, गुरु दे हवाले करना। गुरमुख का अर्थ ये नहीं कि मैं मत्था टेक दिता तो गुरमुख हो गया, माफ़ करना मैनू। गुरमुख का अर्थ है गुरु साहब के हवाले अपने आप नूं कर देना, गुरु साहब जी नूं अर्पण कर देना। महाराज खसमाना कर प्यारे, बुरे भले हम थारे, जिद्दां दे महाराज तेरे हाँ। इनू कहते ने अपना आप गुरु अगे अर्पण कर देना। महाराज जिद्दां दे भी हाँ, हाँ तेरे हाँ, अपने आप नूं गुरु दे हवाले कर देना। कबीर साहब कहते ने, जो मनुख अपने आप नूं गुरु दे हवाले करता है, जिहड़ा गुरमुख बन जाता है, तो उन्होंने की मिलता है? आखन लगे, वो प्रकाश रूप परमात्मा के मेल की अवस्था को समझ लैंदा है। जानी जानी दे राजा राम की कहानी, परमात्मा के मिलाप की कहानी नूं, रब के मिलाप की कहानी नूं वो समझ लैंदा कि रब के मिलाप की कहानी की है, वो अवस्था की है। उस अवस्था नूं जान लैंदा है कि जदों रबी मिलाप नाल जुड़दा है। कदी विचार करियो भी आपां जिस काम लई संसार विच आए हाँ गुरमुखो, जे उस काम नूं आपां कर लिया, आपां प्रभु दा मिलाप हासिल कर लिया। एक तां गल जीवन च याद रखियो, महाराज ने बाणी लिखा कि मिलवे की महिमा वरन ना साखो, नानक परै परीला। मिलवे की महिमा बयान ही नहीं की जा सकती। जे रब नाल मिल जाइए ना, उस महिमा नूं बयान नहीं किया जा सकता। जिहड़ा रब नाल मिल गया ना, वो मिलाप का जो आनंद है। मैं तो कई बार सोचदा, सच्चे पातशाह जदों असीं संगत विच आउंदे हाँ, तेरी बाणी पढ़ते सुनते हाँ, तेरियां गल्लां सुनते हाँ, तो गल्लां सुन के भी कई बार एडा आनंद आ जाता है। जे सच्चे पातशाह तेरे नाल मिलाप हो जाए, कितना आनंद आएगा। साडा मिलाप नहीं होया, असी केवल अजे गुरु दी खबरां सुन रहे हाँ, रब दीयां बातां सुन रहे हाँ, रब दे मिलाप दीयां गल्लां सुनते हाँ। कई बाई अंदरला हिरदा खिड़ पैंदा है, आनंदित हो जाता है। गुरु साहब ने बाणी च बड़े प्यार नाल भिज के कहा, सतगुरु ने कहने, जदों रब्बा मैं तेरी खबरां सुनना है, सोए सुनंदड़ी मेरा तन मन मोला। सोए का अर्थ है खबर, तेरी खबर सुनना मेरा तन ते मन मोला का अर्थ खिड़ जाता है। सोए सुनंदड़ी मेरा तन मन मोला, नाम जपंदड़ी लाली। जदों मैं तेरा नाम जपदा है ना, तो लाली चढ़ जाती है। कहते पंध जुलंदड़ी मेरा अंदर ठंडा। जब मैं तेरे रस्ते ते तुरदा है, जिमें जिमें तुरदा मैनू अंदर नूं ठंडक पैंदी है। प्यार वाले सज्जन, जिमें जिमें असीं गुरु साहब की गल नूं मनांगे ना, गुरु के बचनों नूं कमाना शुरू कर देवांगे,
ਅੰਦਰਲਾ ਉਦਾਂ ਹੀ ਸ਼ਾਂਤ ਹੁੰਦਾ ਚਲਾ ਜਾਏਗਾ, ਅੰਦਰ ਟਿਕਾਓ ਪੈਦਾ ਹੋ ਜਾਏਗਾ ਜੀਵਨ ਦੇ ਅੰਦਰ। ਮਹਾਰਾਜ ਕਹਿੰਦੇ ਜਿਵੇਂ ਜਿਵੇਂ ਮੈਂ ਤੇਰੇ ਦੱਸੇ ਹੋਏ ਰਸਤੇ 'ਤੇ ਤੁਰਦਾ ਨਾ, ਮੇਰੇ ਅੰਦਰ ਠੰਡਾ ਹੋਈ ਜਾਂਦਾ, ਸ਼ਾਂਤ ਹੋ ਜਾਂਦਾ, ਟਿਕਾਓ ਵਿੱਚ ਆ ਜਾਂਦਾ। ਮੈਂ ਮੁੱਖ ਵਾਕ ਵੇਲੇ ਵੀ ਇੱਕ ਬਚਨ ਸੁਣਾਇਆ ਗੁਰੂ ਸਾਹਿਬ ਜੀ ਦਾ, ਆਪਾਂ ਗੁਰੂ ਦੇ ਦਰ 'ਤੇ ਆਉਂਦੇ ਹਾਂ, ਇਹ ਪੰਡਾ ਤੈਅ ਕਰਕੇ, ਭਾਵੇਂ ਇਹ ਪੈਰਾਂ ਨਾਲ ਚੱਲ ਕੇ ਇੱਥੇ ਤੱਕ ਆਏ ਹਾਂ, ਪਰ ਜੇ ਕਿਤੇ ਸਿੱਖ ਦੀ ਸੁਰਤ ਵੀ ਨਾਲ ਨਾਲ ਵਾਹਿਗੁਰੂ ਦਾ ਜਸ ਗਾਉਂਦੀ ਹੋਈ ਗੁਰੂ ਦੇ ਦਰ 'ਤੇ ਆਵੇ, ਵਾਹਿਗੁਰੂ ਤੈਨੂੰ ਮਿਲਣ ਚੱਲੇ ਹਾਂ, ਗੁਰੂ ਕਾ ਸ਼ਬਦ ਸਿੱਖਣ ਤੇ ਉਹ ਸਬਕ ਲੈ ਕੇ ਜੀਵਨ ਸਵਾਰਨ ਵਾਸਤੇ ਤੇਰੇ ਦਰ 'ਤੇ ਜਾ ਰਹੇ ਹਾਂ, ਮਹਾਰਾਜ ਕਿਰਪਾ ਕਰੀ। ਤੇ ਇਸ ਬਾਣੀ ਵਿੱਚ ਇਹ ਤਾਕਤ ਹੈ। ਮਹਾਰਾਜ ਕਹਿੰਦੇ ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮਗਤ ਮੇਰੀ, ਜਲਨ ਬੁਝੀ ਸੀਤਲ ਹੋਏ ਮਨਵਾ, ਸਤਿਗੁਰ ਕਾ ਦਰਸ਼ਨ ਪਾਏ ਜਿਉ। ਅੰਦਰ ਸਾਰੀ ਜਲਨ ਬੁਝ ਜਾਂਦੀ, ਜੀਵਨ 'ਚੋਂ ਸਾੜਾ ਖਤਮ ਹੋ ਜਾਂਦਾ, ਮੇਰ ਤੇਰ ਖਤਮ ਹੋ ਜਾਂਦੀ ਹੈ। ਵੀ ਸਾੜਾ ਕੀ ਹੁੰਦਾ ਹੈ, ਜੀਵਨ 'ਚ ਨਹੀਂ ਰਹਿੰਦਾ। ਇਹ ਸੰਗਤ ਦਾ ਇੱਕ ਹੋਰ ਲਾਭ ਹੈ। ਮਹਾਰਾਜ ਕਹਿੰਦੇ ਵਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹਿ ਪਾਈ, ਨਾ ਕੋ ਵੈਰੀ ਨਹੀਂ ਬਿਗਾਨਾ, ਸਗਲ ਸੰਗ ਹਮਕੋ ਬਣਿਆ। ਗੁਰੂ ਸਾਹਿਬ ਕਹਿੰਦੇ ਮੈਂ ਤਾਂ ਖਬਰਾਂ ਸੁਣਨਾ ਤਾਂ ਇਤਨਾ ਆਨੰਦਿਤ ਹੋ ਜਾਂਦਾ। ਮੈਂ ਕਈ ਵਾਰੀ ਸੋਚਦਾ ਸੱਚੇ ਪਾਤਸ਼ਾਹ ਵੀ ਜੇ ਤੇਰੀ ਗੱਲ ਕਰਕੇ ਇਤਨਾ ਆਨੰਦ ਆਉਂਦਾ ਹੈ, ਤੇਰੀ ਵਿਚਾਰਧਾਰਾ ਜਦੋਂ ਮਨ ਮੰਦਰ ਦੇ ਕੋਲ ਜਾਂਦੀ ਹੈ, ਅੰਦਰ ਟਿਕਾਓ ਪੈਦਾ ਹੁੰਦਾ ਹੈ, ਅੰਦਰ ਖੇੜੇ ਦਾ ਜਨਮ ਹੁੰਦਾ ਹੈ, ਮਨ ਬੜਾ ਪ੍ਰਸੰਨ ਹੁੰਦਾ ਹੈ, ਗਦਗਦ ਹੁੰਦਾ ਹੈ, ਜੇ ਕਿਤੇ ਸੱਚੀ ਮੁੱਚੀ ਤੇਰਾ ਮਿਲਾਪ ਹੋ ਜਾਏ। देखो ना गुरु साहब ने कितने सवार के वचन कहे, सोए सुनंदड़ी मेरा तन मन मोला, नाम जपंदड़ी लादी पंध जुलंदड़ी मेरा अंदर ठंडा, गुर दर्शन देख निहाली। गुरु का दर्शन करना है, मार कहते मैं निहाल हो जाना। कबीर साहब कहन लगे, कहते सच्चे पातशाह कहते सच तो यह है कि वह प्रकाश रूप परमात्मा के मेल की अवस्था कहते उसनों समझ आ जाती है, जिहड़ा अपना आप गुरु के हवाले कर दिंदा है। गुरु के हवाले सिखो क्यों करना अपने आप नूं, प्रभु मिलाप की अवस्था नूं समझ सकांगे। जे गुरु के हवाले नहीं किया तो उस मेल की अवस्था सानूं समझ नहीं आनी पूरी जिंदगी। गुरु ने उत्थे तक लैके जाना है, क्योंकि जैसा सतगुर सुनीदा तैसो ही मैं डीठ, बिछड़िया मेले प्रभु हर दरगाह का वसीठ। ये विचोला है परमात्मा की दरगाह का। कबीर साहब कहने वो गल समझ आ जाती है। कहते समझ ही नहीं आती, अंतर जोत राम प्रगासा, उसके अंदर कहते जोत जग पैंदी परमात्मा की, उसके हिरदे विच जोत जग पैंदी है। ते राम प्रगासा कहते उसके अंदर राम का प्रकाश हो जाता है, उस वाहिगुरू का प्रकाश हो जाता है, वाहिगुरू की सोझी आ जाती है, वाहिगुरू का समझ जिहड़ा ध्यान जीवन च आ जाता है, अंदर वो चानन हो जाता है। मैं अज सवेरे कबीर साहब का बचन पढ़ रहा सी। भगत कबीर साहब कहते हैं कि तैनूं एक अगोचर वस्तु की लोड़ है जीवन के अंदर, तो वह मिलेगी किवें? भगत कबीर साहब कहते वो जदों चानन होएगा, राम प्रगासा होएगा। उन्हों का बचन है, सोरठ राग दे विच सतगुर ने बचन किया, भगत कबीर साहब की रचना ते विराजमान होके कहते अंधियारे दीपक चाहिए, एक वस्त अगोचर लही है। अंदर अज्ञानता का हनेरा है ना जी, अंदर चानन की लोड़ है। कहते उस वास्ते ज्ञान का दीवा चाहिए। कहते अंधियारे दीपक चाहिए, एक वस्त अगोचर लई है। वो वस्त जिहड़ी साडे ज्ञान इंद्रे ते कर्म इंद्रां की पकड़ तो परे है, उन्होंने कहते अगोचर। गोचर का अर्थ होंदा इंद्रे, अगोचर का अर्थ है जिन्हां इंद्रां की पकड़ विच नहीं है। कहते वो वस्त चाहिए। फिर कहने लगे कहते वस्त अगोचर पाई, घट दीपक रहा समाई। कहते वो अगोचर वस्त प्राप्त हो गई, क्योंकि मेरे घट के अंदर उस ज्ञान का चानन हो गया, तो वो अगोचर वस्त मैं प्राप्त कर ली। कबीर साहब आखन लगे। फिर कहते कबीर साहब कह कबीर अब जानिया, कहते हुण मैं जान लिया परमात्मा नूं, उसदे प्रकाश की सोझी आ गई, वो जोत जग पई जीवन के अंदर। कह कबीर अब जानिया, जब जानिया तो मन मानिया। जदों मैं ये जान लिया मेरा मन मन गया। गुरसिखो जदों तुहानूं ये समझ आ गई ना अंदर दी, ते इस मन ने मन जाना। जो तुसीं कहंदे बाणी पढ़दे मन नहीं मनदा जी, टिकदा कोई नहीं। जिन्हां अंदर दी गल्लां समझ आण लग पईयां ना, जिन्हां अपने काम च लग गए। साडा काम ये उपर वाला नहीं जिहड़ा असीं कर रहे, साडा काम अपने जीवन नूं सवारन दा काम मनुखा जीवन च मिलिया सानूं। जिस मनुखा जीवन नूं नहीं सवारिया ना,
ਔਰ ਇਸ ਜੀਵਨ ਨੂੰ ਇਹ ਸੰਸਾਰ ਦੇ ਪਿੱਛੇ ਲਾ ਕੇ ਰੈਣ ਗਵਾਏ ਸੋਏ ਕੈ ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮ ਹੈ ਕੋਡੀ ਬਦਲੇ ਜਾਏ, ਨਾਮ ਨਾ ਜਾਣਿਆ ਰਾਮ ਕਾ ਮੂੜੇ, ਫਿਰ ਪਾਛੇ ਪਛਤਾਏ। ਉਸ ਦਿਨ ਪਛਤਾਵਾ ਹੋਣਾ ਜਿੰਨਾ ਪੂਰੀ ਉਮਰ ਬਤੀਤ ਹੋ ਜਾਣੀ ਹੈ, ਮਰਨ ਕੰਢੇ ਹੋਏਗਾ, ਫਿਰ ਤੈਨੂੰ ਚੇਤੇ ਆਏਗਾ ਮੈਂ ਜਿਸ ਕੰਮ ਵਾਸਤੇ ਆਇਆ ਸੀ ਉਹ ਤਾਂ ਮੈਂ ਕੀਤਾ ਹੀ ਕੋਈ ਨਹੀਂ। ਉਹਨਾਂ ਬੰਦਾ ਜਾਗਦਾ ਹੈ। ਪਰ ਕਬੀਰ ਸਾਹਿਬ ਕਹਿੰਦੇ ਕਹੋ ਕਬੀਰ ਤਬ ਹੀ ਨਰ ਜਾਗੈ, ਜਮ ਕਾ ਡੰਡ ਮੂੰਡ ਮੈਂ ਲਾਗੈ, ਉਦੋਂ ਜਾਗਦਾ। ਪਰ ਫਿਰ ਕੀ ਹੁੰਦਾ? ਦੇਖੋ ਜੀਵਨ ਲੰਘਿਆ, ਜੀਵਨ ਵਿੱਚ ਸੁਚੇਤ ਨਹੀਂ ਹੋਏ, ਚੰਗੇ ਕਰਮ ਜੀਵਨ 'ਚ ਨਹੀਂ ਕੀਤੇ, ਤੇ ਜੇ ਹੁਣ ਸਵਾਸ ਹੀ ਮੇਰੇ ਕੋਲ ਨਹੀਂ, ਉਸ ਵੇਲੇ ਜਾਗਣ ਦਾ ਕੀ ਲਾਭ? ਮੰਨ ਲਓ ਕੋਈ ਬੰਦਾ ਬੇੜੀ 'ਚ ਜਾ ਰਿਹਾ ਹੈ ਔਰ ਉਹ ਬੇੜੀ ਡੁੱਬਣ ਦੇ ਕਿਨਾਰੇ ਹੋਵੇ, ਉਸ ਵੇਲੇ ਬੰਦੇ ਨੂੰ ਜਾਗ ਆਵੇ ਵੀ ਮੈਨੂੰ ਤੈਰਨਾ ਸਿੱਖਣਾ ਸੀ, ਫਿਰ ਤੇ ਕੋਈ ਲਾਭ ਨਹੀਂ ਨਾ। ਉਹ ਤੇ ਪਹਿਲਾਂ ਚਾਹੀਦਾ ਸੀ ਨਾ। ਮੈਂ ਇੱਕ ਗਾਥਾ ਪੜ੍ਹ ਰਿਹਾ ਸੀ, ਇੱਕ ਪੰਡਤ ਸੀ, ਬੜਾ ਸਿਆਣਾ ਸੀ, ਤੇ ਉਹ ਇੱਕ ਮੱਲੇ ਦੀ ਬੇੜੀ 'ਚ ਸਵਾਰ ਹੋ ਗਿਆ। ਉਹਦੇ ਨਾਲ ਬੜੀਆਂ ਗੱਲਾਂ ਕਰੇ, ਪੁੱਛਦਾ ਤੂੰ ਸੰਸਕ੍ਰਿਤ ਪੜ੍ਹੀ ਹੈ? ਕਹਿੰਦੇ ਨਹੀਂ। ਕਹਿੰਦੇ ਫਿਰ ਤੇਰਾ ਜੋ ਹੈ ਇੱਕ ਆਨਾ ਜੀਵਨ ਵਿਅਰਥ ਗਿਆ। ਉਹ ਕਹਿੰਦੇ ਤੂੰ ਵੇਦ ਪੜ੍ਹੇ? ਕਹਿੰਦੇ ਨਹੀਂ। ਕਹਿੰਦੇ ਤੇਰਾ 2 ਆਨੇ ਜੀਵਨ ਵਿਅਰਥ ਚਲਾ ਗਿਆ। ਉਹ ਕਹਿੰਦਾ ਤੂੰ ਫਲਾਣੇ ਗ੍ਰੰਥ ਪੜ੍ਹੇ? ਕਹਿੰਦੇ ਮੈਂ ਕੋਈ ਨਹੀਂ ਪੜ੍ਹਿਆ। ਮੱਲਾ ਕਹਿੰਦਾ ਇੰਨਾ ਚਿਰ ਨੂੰ ਬੇੜੀ ਡੁੱਬਣ ਲੱਗੀ। ਉਹ ਪੁੱਛਦਾ ਪੰਡਤ ਜੀ ਤੈਰਨਾ ਆਉਂਦਾ? ਕਹਿੰਦੇ ਉਹ ਤੇ ਨਹੀਂ ਆਉਂਦਾ। ਕਹਿੰਦਾ ਤੇਰੀ ਤਾਂ 100 ਆਨੇ ਜ਼ਿੰਦਗੀ ਬੇਕਾਰ ਚਲੀ, ਕਿਉਂਕਿ ਬਾਕੀ ਤਾਂ ਤੁਹਾਨੂੰ ਸਭ ਕੁਝ ਆਉਂਦਾ, ਤੈਰਨਾ ਨਹੀਂ ਸਿੱਖਿਆ। ਜ਼ਿੰਦਗੀ ਉਦੋਂ ਸਫਲ ਹੋਣੀ ਹੈ ਜਦੋਂ ਗੁਰਮਤ ਦੇ ਅਨੁਸਾਰ ਜੀਵਨ ਘੜ ਲਾਂਗੇ, ਜਦੋਂ ਗੁਰਮਤ ਦੇ ਅਨੁਸਾਰ ਤੈਰਨਾ ਸਿੱਖ ਲਵਾਂਗੇ, ਇਸ ਮਾਇਆ ਰੂਪੀ ਸੰਸਾਰ ਦੇ ਵਿੱਚੋਂ ਤਰਨਾ ਸਿੱਖ ਲਵਾਂਗੇ, ਤਾਂ ਜ਼ਿੰਦਗੀ ਸਫਲੀ ਹੈ। ਨਹੀਂ ਤਾਂ ਜਿੰਨੇ ਮਰਜ਼ੀ ਗ੍ਰੰਥ ਪੜ੍ਹੀ ਜਾਓ, ਜਿਹੜੀ ਮਰਜ਼ੀ ਗੱਲਾਂ ਕਰੀ ਜਾਓ, ਕੋਈ ਲਾਭ ਨਹੀਂ ਹੋਣਾ। ਸਤਿਗੁਰ ਕਹਿੰਦੇ ਨੇ ਕਹਿ ਕਬੀਰ ਅਬ ਜਾਣਿਆ, ਜਬ ਜਾਣਿਆ ਤੋ ਮਨ ਮਾਨਿਆ, ਮਨ ਮਾਨੇ ਲੋਗ ਨਾ ਭਤੀਜੈ। ਤੁਹਾਡਾ ਮਨ ਮੰਨ ਗਿਆ, ਜ਼ਰੂਰੀ ਨਹੀਂ ਤੁਹਾਡੇ ਘਰ ਦੇ ਤ੍ਰਿਪਤ ਹੋ ਜਾਣ, ਤੁਹਾਡੇ ਨਾਲ ਸਹਿਮਤ ਹੋ ਜਾਣ। ਮੈਂ ਮਾਫ਼ ਕਰਨਾ, ਨਹੀਂ ਹੋ ਸਕਦੇ। ਤੁਸੀਂ ਕਹੋ ਨਾ ਸਾਡੇ ਘਰ ਦੇ ਸਹਿਮਤ ਹੋ ਜਾਣਗੇ, ਜੋ ਤੁਹਾਨੂੰ ਸਮਝ ਆਈ, ਮੈਂ ਨਹੀਂ ਕਹਿੰਦਾ ਨਹੀਂ ਹੋ ਸਕਦੇ। ਸੰਸਾਰ ਸਹਿਮਤ ਹੋ ਜਾਏਗਾ, ਆਂਢੀ ਗੁਆਂਢੀ ਸਹਿਮਤ ਹੋ ਜਾਣਗੇ, ਰਿਸ਼ਤੇਦਾਰ ਕਦੀ ਵੀ ਨਹੀਂ ਸਹਿਮਤ ਹੋਣਗੇ। ਤੇ ਕਬੀਰ ਸਾਹਿਬ ਕਹਿੰਦੇ ਨਾ ਹੋਣ। ਮਨ ਮਾਨੇ ਲੋਗ ਨਾ ਭਤੀਜੈ, ਨਾ ਭਤੀਜੈ ਤੋ ਕਿਆ ਕੀਜੈ। ਕੀ ਕਰਨਾ ਉਹਨਾਂ ਦਾ? ਉਹਨਾਂ ਨੂੰ ਪਤਿਆ ਕੇ ਜਾਂ ਉਹਨਾਂ ਨੂੰ ਖੁਸ਼ ਕਰਕੇ? ਨਹੀਂ ਨਹੀਂ, ਕੋਈ ਲੋੜ ਨਹੀਂ ਕਿਸੇ ਨੂੰ ਖੁਸ਼ ਕਰਨ ਦੀ। ਖੁਸ਼ ਕਰਨਾ ਤੇ ਆਪਣੇ ਮਾਲਕ ਪ੍ਰਭੂ ਨੂੰ ਕਰੋ। ਜੇ ਸੱਚੀ ਮੁੱਚੀ ਜੀਵਨ ਸਵਾਰਨਾ ਨਾ, ਤੇ ਇਹ ਬਚਨ ਅੱਜ ਸਾਨੂੰ ਸਿੱਖ ਕੇ ਜਾਣੇ ਪੈਣੇ ਨੇ। ਕਬੀਰ ਸਾਹਿਬ ਕਹਿੰਦੇ ਉਸ ਦੇ ਅੰਦਰ ਪਰਮਾਤਮਾ ਦਾ ਕਹਿੰਦੇ ਪ੍ਰਕਾਸ਼ ਹੋ ਜਾਂਦਾ ਹੈ, ਉਹਦੇ ਅੰਦਰ ਜੋਤ ਜਗ ਪੈਂਦੀ ਹੈ। ਫਿਰ ਇਸ ਅਵਸਥਾ ਨਾਲ ਜਾਣ ਪਛਾਣ ਕਰਨ ਵਾਲਾ ਕਹਿੰਦੇ ਕਿ ਗੁਰਮੁਖ ਵਿਰਲੇ ਜਾਣੀ। ਕੋਈ ਵਿਰਲਾ ਹੀ ਹੁੰਦਾ, ਪਰ ਸਾਰੇ ਨਹੀਂ ਹੁੰਦੇ। ਹੈਨ ਵਿਰਲੇ ਨਹੀਂ ਘਣੇ, ਫੈਲ ਫੱਕੜ ਸੰਸਾਰ ਹੈਗੇ ਨੇ, ਪਰ ਵਿਰਲੇ ਵਿਰਲੇ ਨੇ, ਘੱਟ ਨੇ। ਆਪਾਂ ਨੂੰ ਉਹਨਾਂ ਵਿਰਲਿਆਂ ਵਿੱਚ ਆਉਣ ਵਾਸਤੇ ਯਤਨਸ਼ੀਲ ਹੋਣਾ। ਗੁਰਸਿੱਖੋ ਫਿਰ ਕਹਿਣ ਲੱਗੇ ਕਬੀਰ ਸਾਹਿਬ, ਤਰਵਰ ਏਕ ਅਨੰਤ ਡਾਰ ਸਾਖਾ, ਊਹਵ ਪਤਰ ਰਸ ਭਰਿਆ। ਕਹਿੰਦੇ ਗੁਰੂ ਦੇ ਸਨਮੁਖ ਹੋਏ ਅਜੇ ਮਨੁੱਖ ਨੂੰ ਸਮਝ ਆ ਜਾਂਦੀ, ਜਿਹੜਾ ਗੁਰੂ ਦੇ ਸਨਮੁਖ ਹੋ ਜਾਂਦਾ ਹੈ, ਕੀ ਸਮਝ ਆ ਜਾਂਦੀ ਹੈ ਕਿ ਸੰਸਾਰ ਇੱਕ ਰੁੱਖ ਦੀ ਨਿਆਈ ਹੈ। ਤਰਵਰ ਏਕ, ਤਰਵਰ ਦਾ ਅਰਥ ਹੈ ਰੁੱਖ। ਇਹ ਸੰਸਾਰ ਇੱਕ ਰੁੱਖ ਦੀ ਨਿਆਈ ਹੈ। ਜਿਵੇਂ ਇੱਕ ਰੁੱਖ ਹੁੰਦਾ, ਦਰਖਤ ਹੁੰਦਾ ਨਾ, ਇਹ ਸੰਸਾਰ ਇੱਦਾਂ ਦਾ ਹੈ ਕਿ ਅਨੰਤ ਡਾਰ ਸਾਖਾ। ਕਹਿੰਦੇ ਜਗਤ ਦੇ ਜੀਵ ਜੰਤ ਜਿਹੜੇ ਨੇ, ਮਾਨੋ ਉਸ ਰੁੱਖ ਦੀਆਂ ਬੇਅੰਤ ਡਾਲੀਆਂ ਨੇ, ਟਹਿਣੀਆਂ ਨੇ, ਸਾਖਾਵਾਂ ਨੇ। ਜਿਹੜੇ ਜੀਵ ਜੰਤ ਨੇ ਸਾਰੇ, ਸੰਸਾਰ ਇੱਕ ਰੁੱਖ ਹੈ। ਤਰਵਰ ਏਕ ਅਨੰਤ ਡਾਰ ਸਾਖਾ। ਆਖਣ ਲਗੇ ਊਹਬ ਪੱਤਰ ਰਸ ਭਰਿਆ। ਭਗਤ ਜੀ ਕਹਿੰਦੇ ਨੇ, ਕਹਿੰਦੇ ਜੋ ਫੁੱਲ ਪੱਤਰਾਂ ਤੇ ਰਸ ਭਰੇ, ਫੁੱਲਾਂ ਨਾਲ ਲੱਦੀਆਂ ਹੋਈਆਂ ਨੇ। ਆਓ ਕਿ ਇਹ ਜਿਹੜੀ ਟਹਿਣੀਆਂ ਨੇ ਨਾ, ਇਹਦੇ ਉੱਤੇ ਫੁੱਲ ਲੱਗੇ ਨੇ, ਪੱਤਰਾਂ ਤੇ ਵਿੱਚ ਵੀ ਰਸ ਭਰਿਆ ਹੋਇਆ ਹੈ, ਤੇ ਜਿਹੜੇ ਫਲ ਨੇ ਉਹ ਵੀ ਰਸ ਨਾਲ ਭਰੇ ਹੋਏ ਨੇ, ਤੇ ਉਸ ਦੇ ਟਹਿਣੀਆਂ ਜਿਹੜੀਆਂ ਨੇ ਉਹਨਾਂ ਰਸਾਂ ਨਾਲ ਲੱਦੀਆਂ ਹੋਈਆਂ ਨੇ। ਜਿਹੜਾ ਸੰਸਾਰ ਰੂਪੀ ਰੁੱਖ ਹੈ, ਤੇ ਜਿਹੜੇ ਜੀਵ ਜੰਤ ਨੇ ਇਹ ਸਾਰੀ ਟਹਿਣੀਆਂ ਨੇ, ਤੇ ਇਹ ਜਿਹੜੇ ਕਹਿੰਦੇ ਉਹਨਾਂ ਫਲਾਂ ਨਾਲ ਲੱਦੀਆਂ ਹੋਈਆਂ ਨੇ, ਫੁੱਲਾਂ ਨਾਲ ਲੱਦੀਆਂ ਹੋਈਆਂ ਨੇ, ਰਸਾਂ ਨਾਲ ਭਰੀਆਂ ਹੋਈਆਂ ਨੇ। ਆਖਣ ਲਗੇ ਇਹ ਅੰਮ੍ਰਿਤ ਕੀ ਬਾੜੀ ਹੈ ਰੇ। ਆਖਣ ਲਗੇ ਕਹਿੰਦੇ ਇਹ ਸੰਸਾਰ ਅੰਮ੍ਰਿਤ ਦੀ ਇੱਕ ਬਗੀਚੀ ਹੈ। ਇਹ ਤਾਂ ਕੇਵਲ ਉਦਾਹਰਨ ਦੇ ਕੇ ਸਮਝਾਇਆ ਵੀ ਜਿਸ ਮਾਇਆ ਨੂੰ ਤੁਸੀਂ ਮਾੜੀ ਕਹਿੰਦੇ ਹੋ ਨਾ, ਇਹ ਤੁਹਾਡੀ ਮਦਦਗਾਰ ਹੈ।
ਗੁਰਮਤਿ ਨੇ ਕਿਤੇ ਮਾਇਆ ਨੂੰ ਉਸ ਢੰਗ ਨਾਲ ਮਾੜਾ ਨਹੀਂ ਕਿਹਾ ਜਿਵੇਂ ਲੋਕ ਨਿੰਦਦੇ ਸਨ। ਗੁਰਮਤਿ ਨੇ ਮਾਇਆ ਨੂੰ, ਪਦਾਰਥਾਂ ਨੂੰ ਨਿੰਦਿਆ ਕੋਈ ਨਹੀਂ। ਸਤਿਗੁਰ ਕਹਿੰਦੇ ਨੇ ਇਹ ਸੰਸਾਰ ਤਾਂ ਅੰਮ੍ਰਿਤ ਦੀ ਇੱਕ ਬਗੀਚੀ ਹੈ, ਇਹ ਅੰਮ੍ਰਿਤ ਕੀ ਬਾੜੀ ਹੈ ਰੇ। ਰੇ ਦਾ ਅਰਥ ਹੈ ਭਾਈ, ਤਿੰਨ ਹਰ ਪੂਰੈ ਕਰਿਆ। ਕਹਿੰਦੇ ਜੋ ਉਸ ਪੂਰਨ ਪਰਮਾਤਮਾ ਨੇ ਜਿਹੜਾ ਸਾਰਿਆਂ ਵਿੱਚ ਪੂਰਨ ਹੈ, ਉਸ ਨੇ ਬਣਾਈ ਹੈ ਸੰਸਾਰ ਰੂਪੀ ਬਗੀਚੀ ਨੂੰ, ਜਿਹੜੀ ਅੰਮ੍ਰਿਤ ਨਾਲ ਭਰਪੂਰ ਹੈ। ਇਹ ਬਗੀਚੀ ਨੂੰ ਰੱਬ ਨੇ ਬਣਾਇਆ, ਸੰਸਾਰ ਨੂੰ ਬੜਾ ਸੁੰਦਰ ਬਣਾਇਆ ਸੀ। ਤੇ ਬੰਦੇ ਨੇ ਸੰਸਾਰ ਨੂੰ ਇੱਦਾਂ ਦਾ ਕਰ ਦਿੱਤਾ। ਰੱਬ ਨੇ ਸੰਸਾਰ ਨੂੰ ਕੋਈ ਮਾੜਾ ਥੋੜ੍ਹੀ ਬਣਾਇਆ ਸੀ। ਰੱਬ ਨੇ ਬੜੀ ਸੁੰਦਰ ਘੜਤ ਘੜੀ ਹਰ ਇੱਕ ਚੀਜ਼ ਸਾਨੂੰ ਦਿੱਤੀ। ਤੁਸੀਂ ਹੈਰਾਨ ਹੁੰਦੇ ਹੋਵੋਗੇ ਵੀ ਰੱਬਾ ਤੋਂ ਕੀ ਕੁਛ ਨਹੀਂ ਦਿੱਤਾ ਸਾਨੂੰ। इतनी सोहनी बगीची दिती, राती रुती थिती वार, पवन पानी अग्नि पाताल, तिस वे धरती थाप रखी धर्मसाल, तिस वे जी जुगत के रंग तिनके नाम अनेक अनंत, कर्मी कर्मी होए विचार सच्चा सच्चा दरबार, तिथै सोहन पंच परमार, नदरी कर्म पवै निशान। महाराज कहते देख कच्च पकाई ओथै पाए, नानक गया जापै जाए। ये जो दिता है ना, इस बगीची का हिसाब किताब भी करना है मालिक ने। ਜੇ इतना सुंदर संसार दिता है ना, तो संसार में रहन वाले, संसार में भोगण वाले, उस मालिक ने हिसाब किताब भी करना है। हिसाब नाल चली, क्योंकि ये तो गल पक्की है ना, सबना का दर लेखा होए, करनी बाजो तरै न कोई। मालिक कहना नानक आखै रे मना, सुनिया सिख सही, लेखा रब मंगेसिया बैठा कड़ बई। तो उसने पूछना है क्या तै खटिया कहाँ गवाया, चलो सिताब दीवान बुलाया, खटिया की है दस ते गवाया की है, पुछना नहीं उन्हें। देखो असीं अपने बच्चे नूं किते बाहर भेजीए ना पढ़न वास्ते, तो जे वो ना पढ़े असीं पुछदे कितना खर्चा किया, टिकटां लैके भेजिया, इतने खर्चे तेरे उत्ते कीते, फीसां भरियां, असीं किदां भरियां तैनूं पता? फिर तू सारा कुछ गवा के आ गया, कोई डिग्री तेरे हत्थ नहीं आई, तू ऐसा करके असीं उन्हूं फिटकारा लांदे हैं। फिर रब ने सानू भेजा, वो नहीं पूछेगा साडे कोल। कहते ये अमृत की बगीची है, हरि परमात्मा ने पूर्ण तौर तो इसनूं बनाया, पूर्ण परमात्मा ने बनाया है। तो कहन लगे अगले बचनां विच, भवर एक पुहव रस बीधा, बारै ले उर धरिया। आखन लगे जिमें भोरा फुल के रस विच मस्त हुंदा है ना, भवर एक पुहव रस बीधा। भवर का अर्थ है भवरा, जिमें भवरा है ना, वो कमल के फुल उत्ते जांदा है, उस मकरंद का रस लैंदा है, जिहड़ा फुल मकरंद नाल भरिया होया। बारै ले उर धरिया, तो की हुंदा है कि कुछ समा उहदे रस विच इतना मगन हो जाता है, तो वह पंखड़ियां बंद होंदियां, उस विच कैद हो जाता है, वो मर जाता है। ऐसा ही संसार विच आके असीं पदार्थां विच कैद होकर आत्मिक मौत तां मरे पे हैं ना, वो परवाह ही नहीं करता। असी भी संसार विच आके संसारी चीज़ों में इतने मगन हो गए। फिर भगत जी कहते ने, कहते सोरै मध्य पवन चकोरिया, आकाशे फर फरिया। फिर एक उदाहरण दी, जिमें पंछी अपने खंभा नाल हवा नूं झकोल के आकाश विच उडारी लाते हैं, तिवें तू एक काम करया कर। एक तो भवरे की उदाहरण इत्थे पॉजिटिव दी है, वो ये दी है कि यह संसार जिहड़ा ना, संसार विच रहिंदिआं होइआं परमात्मा की बंदगी कर, ये पदार्थ भोगदा होया उस अकाल पुरख वाहिगुरू का सिमरन कर। उस सिमरन विच इतना को मस्त हो जा जिवें एक भवरा कमल फुल दे उत्ते बैठ के वो भुल ही जाता है। इस तरह तू उस परमात्मा के नाम नूं जप। दूजी उदाहरण दी पंछी दी, जिवें पंछी कहते आकाश विच उडारियां लांदे ने, हवा नूं झकोलदे चले जाते हैं, हवा की परवाह नहीं करते। इस तरह तू संसार की परवाह किते बिना परमात्मा के नाम रस दे विच मगन हो, और ते प्रभु चरनां दे विच उच्चियां उडारियां ला। ये माया की परवाह ना कर, संसार के पदार्थों की परवाह ना कर, तू उडारियां लानी सिख। रहना माया विच है, गुरमत कहती है, पर उडारियां साडियां उन्हां पंछियां वांग होणियां चाहीदियां आकाश विच, जिहड़े कि आकाश दे विच हवा का सामना करते। असी भी इस माया का सामना करते हुए प्रभु चरनां दे विच अपनियां उडारियां लाणियां। भगत जी कहते वाहिगुरू के चरनां नाल जुड़। फिर कहण लगे सैज सुन एक विरवा उपजिया। विरवा का अर्थ हुंदा है बूटा, कोमल बूटा। कहते सैज का अर्थ सुन अवस्था विच, अफुर अवस्था दे विच। जदों आपां सुन का अर्थ है जिथे फुरने रुक गए, जिथे वासनावां रुक गईयां, ਇਹਨੂੰ ਕਹਿੰਦੇ ਨੇ ਸਹਿਜ ਸੁਨ।
ਸਹਿਜ ਦਾ ਅਰਥ ਹੈ ਅਡੋਲ ਅਫੁਰ ਅਵਸਥਾ, ਜਿੱਥੇ ਕੋਈ ਫੁਰਨਾ ਨਹੀਂ ਰਿਹਾ। ਗੁਰਮਤਿ ਕਹਿੰਦੀ ਤੇਰੀ ਉਹ ਅਵਸਥਾ ਬਣ ਜਾਏ ਜਿੱਥੇ ਇਹ ਮਾਇਆ ਦੇ ਫੁਰਨੇ ਸਮਾਪਤ ਹੋ ਜਾਣ ਤੇਰੇ ਜੀਵਨ 'ਚ। ਸਹਿਜ ਸੁਣ ਇੱਕ ਵਿਰਵਾ ਉਪਜਿਆ। ਭਗਤ ਜੀ ਕਹਿੰਦੇ ਇੱਕ ਕੋਮਲ ਬੂਟਾ ਜਿਹੜਾ ਸੀ ਨਾ, ਉਹ ਮੇਰੇ ਹਿਰਦੇ ਵਿੱਚ ਉਗ ਪਿਆ। ਧਰਤੀ ਜਲਹਰ ਸੋਖਿਆ, ਕਹਿੰਦੇ ਧਰਤੀ ਨੇ, ਕਹਿੰਦੇ ਨੇ ਇਹ ਜਲਹਰ ਸੋਖਿਆ ਦਾ ਅਰਥ ਹੈ ਸਰੀਰ ਰੂਪੀ ਧਰਤੀ ਦਾ ਜਿਹੜਾ ਜਲ ਪਾਓ, ਇਹ ਤ੍ਰਿਸ਼ਨਾ ਸੀ ਨਾ, ਉਸ ਕੋਮਲ ਬੂਟੇ ਨੇ ਸੋਖ ਲਈ। ਪਾਓ ਕਿ ਤ੍ਰਿਸ਼ਨਾ ਜੀਵਨ 'ਚੋਂ ਮੁੱਕ ਗਈ। ਜਦੋਂ ਅੰਦਰ ਇੱਕ ਕੋਮਲਤਾ ਦਾ ਬੂਟਾ ਉਗ ਪਏਗਾ, ਇਹ ਤ੍ਰਿਸ਼ਨਾ ਸ਼ਾਂਤ ਹੋ ਜਾਏਗੀ। ਕੋਮਲ ਬੂਟਾ ਕੀ ਹੈ? ਉਸ ਨੂੰ ਗੁਰਬਾਣੀ ਵਿੱਚ ਕਿਹਾ ਗਿਆ ਕਿ ਤੂੰ ਸਹਿਜ ਹੋ ਜਾ। ਗੁਰਬਾਣੀ ਵਿੱਚ ਕਿਹਾ ਤੂੰ ਸਾਧਾਰਨ ਹੋ ਜਾ, ਤੂੰ ਆਮ ਬਣ ਜਾ। ਅਸੀਂ ਦੁਖੀ ਕਦੋਂ ਹੁੰਦੇ? ਜਦੋਂ ਖਾਸ ਬਣਨ ਦਾ ਯਤਨ ਕਰਦੇ। ਅਸੀਂ ਸਾਧਾਰਨ ਨਹੀਂ ਹੋ ਪਾਉਂਦੇ, ਅਸੀਂ ਸਹਿਜ ਨਹੀਂ ਹੋ ਪਾਉਂਦੇ, ਅਸੀਂ ਸਰਲ ਨਹੀਂ ਹੋ ਪਾਉਂਦੇ। ਸਿੱਖੀ ਕਹਿੰਦੀ ਤੂੰ ਸਰਲ ਜੀਵਨ ਜੀ। ਸਰਲ ਜੀਵਨ ਕੀ ਹੈ? ਜਿਹਦੇ ਵਿੱਚ ਕੋਈ ਬਨਾਵਟ ਨਾ ਹੋਵੇ, ਕੋਈ ਵਿਖਾਵਾ ਨਾ ਹੋਵੇ, ਕੋਈ ਐਵੇਂ ਦੀ ਹਵਾ ਦੀ ਗੱਲਾਂ ਨਾ ਹੋਣ। ਤੂੰ ਸਹਿਜ ਜੀਵਨ ਜੀ। ਅਸੀਂ ਸਹਿਜ ਜੀਵਨ ਨਹੀਂ ਜੀਂਦੇ, ਸਰਲ ਜੀਵਨ। ਸਰਲ ਜੀਵਨ ਦਾ ਅਰਥ ਹੈ ਅਸੀਂ ਜ਼ਿਆਦਾ ਕੰਮ ਵਿਖਾਵੇ ਵਾਲੇ ਕਰਦੇ ਹਾਂ। ਸਾਡੀਆਂ ਗੱਲਾਂ ਵਿਖਾਵੇ ਵਾਲੀਆਂ, ਸਾਡੇ ਕੱਪੜੇ ਵਿਖਾਵੇ ਵਾਲੇ, ਸਾਡੇ ਬੋਲ ਵਿਖਾਵੇ ਵਾਲੇ। ਅਸੀਂ ਸਰਲ ਨਹੀਂ ਹੁੰਦੇ। ਭਗਤ ਜੀ ਕਹਿੰਦੇ ਤੂੰ ਸਰਲ ਹੋ ਜਾ। ਜਦੋਂ ਉਹ ਸਰਲਤਾ ਦਾ ਬੂਟਾ ਤੇਰੇ ਅੰਦਰ, ਕੋਮਲ ਬੂਟਾ ਉਗੇਗਾ ਨਾ, ਇਹ ਸਰੀਰ ਦੇ ਅੰਦਰ ਜਿਹੜੀ ਤ੍ਰਿਸ਼ਨਾ ਹੈ ਨਾ, ਜਿਹੜਾ ਕਿ ਧਰਤੀ ਜਲਹਰ, ਧਰਤੀ ਦਾ ਅਰਥ ਸਰੀਰ ਰੂਪੀ ਧਰਤੀ ਦੇ ਵਿੱਚ ਇਹ ਤ੍ਰਿਸ਼ਨਾ ਦਾ ਜਿਹੜਾ ਬੱਦਲ ਹੈ, ਜਿਹੜੀ ਇਹ ਤ੍ਰਿਸ਼ਨਾ ਤੈਨੂੰ ਨਚਾਈ ਫਿਰਦੀ ਹੈ। ਜਿਵੇਂ ਬੱਦਲ ਨੱਚਦਾ ਫਿਰਦਾ ਨਾ ਆਕਾਸ਼ ਦੇ ਵਿੱਚ, ਇਸ ਤਰ੍ਹਾਂ ਸਰੀਰ ਵਿੱਚ ਤ੍ਰਿਸ਼ਨਾ ਜਿਹੜੀ ਉਹ ਨੱਚਦੀ ਫਿਰਦੀ। ਕਹਿੰਦੇ ਇਸ ਤ੍ਰਿਸ਼ਨਾ ਨੂੰ ਸੋਖਿਆ ਦਾ ਅਰਥ ਹੈ ਉਦੋਂ ਸੋਖ ਲਏਗਾ ਜਦੋਂ ਤੂੰ ਅਡੋਲ ਅਵਸਥਾ, ਕੋਮਲ ਬੂਟਾ ਤੇਰੇ ਅੰਦਰ ਹਿਰਦੇ ਵਿੱਚ ਪ੍ਰਗਟ ਹੋ ਜਾਏਗਾ। ਫਿਰ ਕਹਿਣ ਲੱਗੇ ਕਹਿ ਕਬੀਰ ਹੂੰ ਤਾਕਾ ਸੇਵਕ ਜਿਨ ਇਹ ਬਰਬਾਦ ਦੇਖਿਆ। ਭਗਤ ਕਬੀਰ ਸਾਹਿਬ ਕਹਿੰਦੇ ਮੈਂ ਉਸ ਦਾ ਸੇਵਕ ਹਾਂ ਜਿਸ ਨੇ ਉਸ ਬੂਟੇ ਨੂੰ ਵੇਖ ਲਿਆ ਹੈ। ਪਾਓ ਕਿ ਮੈਂ ਉਸ ਦਾ ਸੇਵਕ ਹਾਂ ਜਿਸ ਨੇ ਆਪਣੇ ਜੀਵਨ ਵਿੱਚ ਇੱਕ ਕੋਮਲ ਬੂਟਾ ਜਿਹੜਾ ਹੈ ਉਹਦੇ ਨਾਲ ਸਾਂਝ ਬਣਾ ਲਈ ਹੈ। ਕੋਮਲ ਬੂਟੇ ਨੂੰ ਜਿਸ ਨੇ ਵੇਖ ਲਿਆ ਹੈ, ਪਾਓ ਕਿ ਆਪਣੇ ਅੰਦਰ ਉਗਿਆ ਹੋਇਆ ਇਹ ਕੋਮਲ ਬੂਟਾ ਜਿਸ ਨੇ ਵੇਖ ਲਿਆ ਹੈ ਤਾਂ ਸਾਡੇ ਅੰਦਰ ਹੀ ਹੈ। ਸਰਲਤਾ ਕਿਤੋਂ ਬਾਹਰ ਨਹੀਂ ਆਉਣੀ, ਕੋਮਲਤਾ ਕਿਤੋਂ ਬਾਹਰ ਨਹੀਂ ਆਉਣੀ, ਸਹਿਜ ਸੁਭਾਅ ਜੀਵਨ ਕਿਤੋਂ ਬਾਹਰੋਂ ਨਹੀਂ ਮਿਲਣਾ। ਸਾਨੂੰ ਸਾਰਾ ਕੁਝ ਅੰਦਰੋਂ ਹੀ ਪ੍ਰਗਟ ਕਰਨਾ ਪੈਣਾ ਹੈ। ਸਭ ਕੁਝ ਅੰਦਰ ਹੀ ਹੈ। ਬਸ ਗੁਰੂ ਦੇ ਅੱਗੇ ਆ ਕੇ, ਗੁਰੂ ਦੇ ਸਾਹਮਣੇ ਆਪਣੇ ਆਪ ਨੂੰ ਹਵਾਲੇ ਕਰਨ ਦੀ ਲੋੜ ਹੈ। ਦੇਖੋ ਇੱਕ ਪੱਥਰ ਹੈ ਨਾ, ਉਹ ਕਦੇ ਇਨਕਾਰੀ ਨਹੀਂ ਹੁੰਦਾ ਮੈਨੂੰ ਨਾ ਕੜੋ। ਜਦੋਂ ਉਹ ਕਿਤੇ ਤਰਾਸਕਾਰੇ ਕੋਲ ਜਾਂਦਾ ਹੈ, ਆਮ ਪੱਥਰ ਜਦੋਂ ਉਹ ਮੂਰਤੀ ਕੱਢ ਦਿੰਦਾ ਹੈ ਖਾਸ ਬਣ ਜਾਂਦਾ ਹੈ, ਪਰ ਉਹ ਕਦੇ ਇਨਕਾਰੀ ਨਹੀਂ ਹੁੰਦਾ ਮੈਨੂੰ ਨਾ ਕੜੋ। ਵੱਡੀ ਪ੍ਰੋਬਲਮ ਇੱਥੇ ਹੈ ਸਿੱਖੋ ਕਿ ਜਦੋਂ ਆਪਾਂ ਗੁਰੂ ਦੇ ਅੱਗੇ ਮੱਥਾ ਟੇਕਦੇ ਹਾਂ, ਗੁਰੂ ਕਹਿੰਦਾ ਆਪਣੇ ਆਪ ਨੂੰ ਮੇਰੇ ਹਵਾਲੇ ਕਰ ਦੇ, ਮੈਂ ਤੈਨੂੰ ਕਰਨਾ ਚਾਹੁੰਦਾ ਹਾਂ। ਸਿੱਖ ਇਨਕਾਰੀ ਹੋ ਜਾਂਦਾ ਇੱਥੇ, ਇਹ ਇਨਕਾਰੀ ਹੋ ਜਾਂਦਾ। ਇਹ ਕਹਿੰਦਾ ਮੈਨੂੰ ਨਾ ਕਰੋ, ਮੈਂ ਜਿੱਦਾਂ ਦਾ ਠੀਕ ਹਾਂ ਜੀ, ਮੈਨੂੰ ਨਾ ਸਮਝਾਓ ਤੁਸੀਂ, ਮੈਂ ਜੋ ਮੇਰਾ ਮਨ ਕਰੇ ਮੈਂ ਉਹੀ ਕਰਨਾ ਚਾਹੁੰਦਾ, ਤੁਸੀਂ ਨਾ ਮੈਨੂੰ ਅਕਲ ਦਿਓ, ਮੈਂ ਘੜਿਆ ਹੋਇਆ। ਜੇ ਕਿਤੇ ਸੱਚੀ ਮੁੱਚੀ ਅਸੀਂ ਆਪਣੇ ਆਪ ਨੂੰ ਗੁਰੂ ਅੱਗੇ ਅਰਪਣ ਕਰ ਦਈਏ ਔਰ ਗੁਰੂ ਦੇ ਹਵਾਲੇ ਕਰ ਦਈਏ, ਗੁਰੂ ਜਿੱਦਾਂ ਦਾ ਘੜੇਗਾ ਅਸੀਂ ਕਲਪਨਾ ਵੀ ਨਹੀਂ ਕਰ ਸਕਦੇ। ਸਾਨੂੰ ਫਿਰ ਜ਼ਿੰਦਗੀ ਜੀਣੀ ਆ ਜਾਏਗੀ, ਕਿਉਂਕਿ ਗੁਰ ਕੈ ਗ੍ਰਹਿ ਸੇਵਕ ਜੋ ਰਹਿ, ਗੁਰ ਕੀ ਆਗਿਆ ਮਨ ਮੈਂ ਸਹਿ, ਆਪਸ ਕੋ ਕਰ ਕਛ ਨਾ ਜਨਾਵੈ, ਹਰ ਹਰ ਨਾਮ ਦੇ ਸਤਿਆਵੈ, ਮਨ ਵਿੱਚ ਸਤਿਗੁਰ ਕੇ ਪਾਸ ਤੇ ਸੇਵਕ ਕੇ ਕਾਰਜ ਰਾਜ, ਸੇਵਾ ਕਰਤ ਹੋਏ ਨੇ ਕਾਮੀ, ਤਿਸ ਕੋ ਹੋਤ ਪ੍ਰਾਪਤ ਸੁਆਮੀ। ਉਹ ਜਾਣੀ ਜਾਣੀ ਰਾਜਾ ਰਾਮ ਕੀ ਕਹਾਣੀ ਫਿਰ ਉਸਦੇ ਅੰਦਰ ਪ੍ਰਗਟ ਹੋ ਜਾਏਗੀ। ਅਕਾਲ ਪੁਰਖ ਵਾਹਿਗੁਰੂ ਜੀ ਅੰਦਰੋਂ ਪ੍ਰਗਟ ਹੋ ਜਾਣਗੇ। ਉਹਦੀ ਗੱਲ ਸਮਝ ਆ ਜਾਏਗੀ ਕਿ ਰੱਬ ਮੇਰੇ ਹਿਰਦੇ 'ਚ ਵਸਦਾ ਹੈ, ਮੈਨੂੰ ਕਿਤੇ ਬਾਹਰ ਖੋਜਣ ਦੀ ਲੋੜ ਨਹੀਂ, ਰੱਬ ਤਾਂ ਮੇਰੇ ਹਿਰਦੇ ਵਿੱਚ ਹੈ। ਅਤੇ ਜਿਨ੍ਹਾਂ ਨੇ ਗੁਰਮੁਖਾਂ ਨੇ ਕਹਿੰਦੇ ਇਹ ਜਾਣ ਲਿਆ ਨਾ, ਕਹਿੰਦੇ ਮੈਂ ਉਹਨਾਂ ਗੁਰਮੁਖਾਂ ਦਾ ਦਾਸ ਹਾਂ। ਕਬੀਰ ਸਾਹਿਬ ਕਹਿੰਦੇ ਨੇ ਜਿਨ੍ਹਾਂ ਦੇ ਹਿਰਦੇ ਵਿੱਚ ਇਹ ਸਰਲਤਾ ਪੈਦਾ ਹੋ ਗਈ, ਇਹ ਕੋਮਲ ਬੂਟਾ ਪੈਦਾ ਹੋ ਗਿਆ, ਔਰ ਜਿਸ ਦੇ ਸਦਕਾ ਉਹਨਾਂ ਦੀ ਤ੍ਰਿਸ਼ਨਾ, ਉਹਨਾਂ ਦੀਆਂ ਲਾਲਸਾਵਾਂ, ਉਹਨਾਂ ਦੀਆਂ ਵਾਸਨਾਵਾਂ ਮੁੱਕ ਗਈਆਂ। ਕਹਿੰਦੇ ਐਸੇ ਰੱਬ ਦੇ ਜਿਹੜੇ ਦਾਸ ਨੇ, ਸੇਵਕ ਨੇ ਹਰੀ ਦੇ, ਮੈਂ ਉਹਨਾਂ ਦਾ ਦਾਸ ਹਾਂ, ਮੈਂ ਉਹਨਾਂ ਦਾ ਸੇਵਕ ਹਾਂ। ਗੁਰੂ ਕਿਰਪਾ ਕਰੇ ਕਿਤੇ ਸਾਡੇ ਜੀਵਨ ਵਿੱਚ ਇਹ ਰੱਬੀ ਗੁਣ ਪ੍ਰਗਟ ਹੋ ਜਾਣ ਤਾਂ ਕਿ ਅਸੀਂ ਆਪਣੇ ਜੀਵਨ ਨੂੰ ਸਫਲ ਕਰ ਸਕੀਏ। ਇਹ ਤਾਂ ਹੀ ਹੋਏਗਾ ਜੇ ਗੁਰਸਿੱਖੋ ਆਪਾਂ ਆਪਣੇ ਆਪ ਨੂੰ ਗੁਰੂ ਦੇ ਅੱਗੇ ਅਰਪਣ ਕਰ ਦਾਂਗੇ, ਗੁਰੂ ਦੇ ਅੱਗੇ ਆਪਣੇ ਆਪ ਨੂੰ ਹਵਾਲੇ ਕਰ ਦਾਂਗੇ, ਫਿਰ ਗੁਰੂ ਦੀ ਮਰਜ਼ੀ ਹੈ। ਗੁਰੂ ਰਾਮਦਾਸ ਮਹਾਰਾਜ ਨੇ ਬੜਾ ਸਪਸ਼ਟ ਕਹਿ ਦਿੱਤਾ, ਕਹਿੰਦੇ ਅਬ ਹਮ ਚਲੀ ਠਾकुर ਪੈ ਹਾਰ, ਜਬ ਹਮ ਸਰਨ ਪ੍ਰਭੂ ਕੀ ਆਈ, ਰਾਖ ਪ੍ਰਭੂ ਪਾਵੇਂ ਮਾਰ, ਲੋਕਨ ਕੀ ਚਤਰਾਈ ਉਪਮਾ ਤੇ ਵੈ ਸੰਤਰ ਜਾਰ,
कोई भला कहो भावें बुरा कहो, हम तन दियो है ढार। फिर संसार की परवाह नहीं रहनी, कौन की कहेगा। फिर गुरु की परवाह रहेगी भी गुरु की नज़र से प्रवान हो जाइए। इतने वचन प्रवान, मेरियां भुलां मेरी झोली विच, गुरु के वचन हिरदे च वसा लेना। फतेह दी सान करो। आखो जी वाहिगुरु जी का खालसा वाहिगुरु जी की फतेह।